ਦਾ ਮਕਸਦ ਹੈ ਕਿ ਵਾਈਟ ਕਲਰ ਇੱਕ ਤਾਂ ਸੋਹਣਾ ਸਾਰਿਆਂ ਨੂੰ ਲੱਗਦਾ ਹੈ ਜੀ ਤੇ ਸਪੈਸ਼ਲੀ ਸਾਨੂੰ ਤੇ ਅਸਾਂ ਗੱਡੀਆਂ ਵੀ ਚਿੱਟੀਆਂ ਰੱਖੀਆਂ ਨੇ, ਸਕੂਟਰ ਵੀ ਚਿੱਟਾ ਹੈ ਤੇ ਟਰੈਕਟਰ ਵੀ ਚਿੱਟਾ ਹੋਣਾ ਚਾਹੀਦਾ। ਇੱਥੇ ਤੱਕ ਕਿ ਡੇਰੇ ਘਰ ਦਾ ਰੰਗ ਵੀ ਚਿੱਟਾ ਤੇ ਇਸ ਕਰਕੇ ਟਰੈਕਟਰ ਵੀ ਚਿੱਟਾ ਹੋਣਾ ਚਾਹੀਦਾ। ਭੱਟੀ ਸਾਹਿਬ ਦੀ ਇੱਕ ਆਪਣੀ ਪਸੰਦ ਸੀ, ਉਹਨਾਂ ਇੱਕ ਆਪਣਾ ਕਲਰ ਪੀਲਾ ਮੁਤਾਰਫ ਕਰਾਇਆ, ਅਸਾਂ ਆਪਣਾ ਪਸੰਦ ਦਾ ਕਲਰ चिट्टा मुतारफ कराया। आवाम दी मर्जी है, चिट्टे नूं पसंद करे। जी अस्सलाम वालेकुम दोस्तों, अपना चैनल पीके ते खुश आमदीद कहने सारे भरावां नूं। दोस्तों लाहौर ट्रैक्टर मार्केट दे विच मौजूद हाँ। स्पैशल ATS ट्रैक्टर दा नवां शाहकार आ गया है 290 स्पैशल वाइट सफेद कलर दे विच ते स्पैशल ऐसे इहो जे यानी कि कलर वेखण नूं मिलदे पए ने कि ਜਿਹੜੇ ਪਾਕਿਸਤਾਨ ਦੇ ਵਿੱਚ ਇਹੋ ਜਿਹਾ ਕਦੀ ਕਲਰ ਹੈ ਹੀ ਨਹੀਂ ਸੀ। ਦੂਰ ਦੂਰ ਤੱਕ ਬੰਦੇ ਜ਼ਿਮੀਂਦਾਰ ਜਿਹੜੇ ਲਾਗੋਂ ਲੰਘਦੇ ਨੇ ਵੇਖਦੇ ਨੇ, ਕਹਿੰਦੇ ਯਾਰ ਪਹਿਲਾਂ ਪੀਲਾ ਆ ਰਿਹਾ ਸੀ, ਹੁਣ ਵਾਈਟ ਆ ਗਿਆ, ਹੁਣ ਸਫੇਦ ਆ ਗਿਆ, ਕੀ ਚੱਕਰ ਹੈ, ਕਿਹੋ ਜਿਹੇ ਕਲਰ ਕੱਢੇਗੀ। ਤੇ ਕੰਪਨੀ ਨੇ ਹਰ ਕਿਸਮ ਦੀ ਚੋਇਸ ਦੇ ਦਿੱਤੀ ਹੈ ਜੀ। ATS ਨੇ ਜ਼ਿਮੀਂਦਾਰ ਨੂੰ ਇੱਕ ਦਫਾ ਖੁਸ਼ ਕਰ ਰਹੇ ਨੇ ਕਿ ਸਾਡੀ ਤਰਫ ਆਉਣ, ਸਾਡੀ ਤਰਫ ਮਾਇਲ ਹੋਣ, ਸਾਡਾ ਟਰੈਕਟਰ ਚੈੱਕ ਕਰਨ। ਭਾਜ ਪਹਿਲੀ ਗੱਲ ਤੇ ATS ਟਰੈਕਟਰ ਜਿਹੜਾ ਨਾ, ਅੱਛਾ ਆਪਣਾ ਨਾਂ ਕੀ ਹੈ ਜੀ? ਜੀ ਮੇਰਾ ਨਾਂ ਅਲੀਮ ਜਾਵੇ ਤੇ ਇਲਾਕਾ ਆਪਣਾ ਗੁਜਰਾਤ ਬਾਂਠ। ਸਹੀ ਹੋ ਗਿਆ ਜੀ। ਤੇ ਟਰੈਕਟਰ ਨੂੰ ਵਾਈਟ ਕਲਰ ਕਰਵਾਉਣ ਦਾ ਕੀ ਮਕਸਦ ਹੈ? ਵਾਈਟ ਕਲਰ ਕਰਾਉਣ ਦਾ ਮਕਸਦ ਹੈ ਕਿ ਵਾਈਟ ਕਲਰ ਇੱਕ ਤਾਂ ਸੋਹਣਾ ਸਾਰਿਆਂ ਨੂੰ ਲੱਗਦਾ ਹੈ ਜੀ ਤੇ ਸਪੈਸ਼ਲੀ ਸਾਨੂੰ ਤੇ ਅਸਾਂ ਗੱਡੀਆਂ ਵੀ ਚਿੱਟੀਆਂ ਰੱਖੀਆਂ ਨੇ, ਸਕੂਟਰ ਵੀ ਚਿੱਟਾ ਹੈ ਤੇ ਟਰੈਕਟਰ ਵੀ ਚਿੱਟਾ ਹੋਣਾ ਚਾਹੀਦਾ ਸੀ। ਠੀਕ ਹੈ, ਕਿਉਂਕਿ ਚਿੱਟਾ ਜਿਹੜਾ ਹਰ ਸ਼ਹਿਰ ਜਿਹੜੀ ਹੈ ਨਾ, ਇੱਥੇ ਤੱਕ ਕਿ ਡੇਰੇ ਘਰ ਦਾ ਰੰਗ ਵੀ ਚਿੱਟਾ ਤੇ ਇਸ ਕਰਕੇ ਟਰੈਕਟਰ ਵੀ ਚਿੱਟਾ ਹੋਣਾ ਚਾਹੀਦਾ ਸੀ। ਲੋ ਜੀ ਭਾਈ ਗੁਜਰਾਤੋਂ ਆਏ ਆ, ਕਹਿੰਦੇ ਕਿ ਅਸੀਂ ਮੋਟਰਸਾਈਕਲ ਨੂੰ ਵੀ ਚਿੱਟਾ ਰੰਗ ਕਰਵਾਇਆ ਤੇ ਟਰੈਕਟਰ ਨੂੰ ਵੀ ਚਿੱਟਾ ਕਰਵਾਇਆ ਤੇ ਗੱਡੀਆਂ ਵੀ ਸਾਡੇ ਕੋਲ ਚਿੱਟੇ ਰੰਗ ਦੀਆਂ ਨੇ। ਸੂਟ ਵੀ ਚਿੱਟਾ, ਆਪਦਾ ਵੀ ਰੰਗ ਚਿੱਟਾ ਹੈ, ਰੰਗ ਵੀ ਚਿੱਟਾ ਤੇ ਸੂਟ ਵੀ ਚਿੱਟਾ ਹੈ। ਚਲੋ ਜੀ, ਹੋ ਗਈ ਮੈਚਿੰਗ ਦੀ ਗੱਲ। ATS 90 ਕਿਉਂ ਲਿਆ ਟਰੈਕਟਰ ਤੁਸੀਂ, 85 ਕਿਉਂ ਨਹੀਂ ਲਿਆ? 85 ਅਸਾਂ ਇੱਕ ਰੱਖੇ ਆਵੇ, ਇਸ ਤੋਂ ਇਲਾਵਾ ਵੀ ਤੇ ਇਸ ਤੋਂ ਪਹਿਲਾਂ ਸਾਡੇ ਕੋਲ 85 ਸੀ, ਲੇਕਿਨ ਸਾਨੂੰ ATS ਜਿਹੜਾ ਨਾ ਇਹ 85 ਤੋਂ ਜ਼ਿਆਦਾ ਬਿਹਤਰ ਲੱਗਾ। ਇਹ ਸ਼ੌਕ ਕਿਵੇਂ ਪੈਦਾ ਹੋਇਆ ਇਹਦਾ ATS ਦਾ? ਇਹ ਜ਼ਮੀਨਦਾਰਾ ਕੰਮ ਹੈ ਤੇ ਫਿਰ ਜ਼ਮੀਨਦਾਰੇ ਕੰਮ ਵਿੱਚ ਬੰਦੇ ਨੂੰ ਪਤਾ ਲੱਗਦਾ ਕਿਹੜੀ ਸ਼ੈ ਚੰਗੀ ਕਿਹੜੀ ਮਾੜੀ ਹੈ। ਟਰੈਕਟਰ ਵੇਖਿਆ ਕਿੱਥੇ ਸੀ ਤੁਸੀਂ? ਅਸਾਂ ਸੋਸ਼ਲ ਮੀਡੀਆ ਤੇ ਵੇਖਿਆ ਨਦੀਮ ਸਾਹਿਬ ਕੋਲੋਂ ਤੇ ਫਿਰ ਅਸਾਂ ਉਹਨਾਂ ਕੋਲ ਕੰਟੈਕਟ ਕਰਕੇ ਬੁੱਕ ਕਰਵਾਇਆ। ਇਸ ਤੋਂ ਪਹਿਲੇ ਇੱਕ ਭੱਟੀ ਸਾਹਿਬ ਕੋਲ ਟਰੈਕਟਰ ਗਿਆ ਪੀਲੇ ਕਲਰ ਦਾ, ਜੀ ਦੇਖਿਆ ਤੁਸੀਂ? ਹਾਂਜੀ ਵੇਖਿਆ। ਤੁਸੀਂ ਪੀਲਾ ਕਿਉਂ ਨਹੀਂ ਕਰਵਾਇਆ? ਵੇਖੋ ਭੱਟੀ ਸਾਹਿਬ ਦੀ ਇੱਕ ਆਪਣੀ ਪਸੰਦ ਸੀ, ਉਹਨਾਂ ਇੱਕ ਆਪਣਾ ਕਲਰ ਪੀਲਾ ਮੁਤਾਰਫ ਕਰਾਇਆ, ਅਸਾਂ ਆਪਣਾ ਪਸੰਦ ਦਾ ਕਲਰ ਚਿੱਟਾ ਮੁਤਾਰਫ ਕਰਾਇਆ। ਅੱਗੋਂ ਆਵਾਮ ਦੀ ਮਰਜ਼ੀ ਹੈ, ਉਹ ਚਿੱਟੇ ਨੂੰ ਪਸੰਦ ਕਰੇ। ਹੁਣ ਤਾਂ ਜੀ ਰੰਗ ਬਰੰਗੇ ਟਰੈਕਟਰ ਬਲੈਕ ਆ ਗਿਆ ਤੇ ਕੰਪਨੀ ਕਹਿੰਦੀ ਹੈ ਕਿ ਜੀ ਰੈੱਡ ਤੇ ਬਲੂ ਕਲਰ ਜਿਹੜਾ ਤੁਸੀਂ ਕਰਵਾਉਣਾ ਹੈ ਉਹ ਅਸੀਂ ਟਰੈਕਟਰ ਦੇ ਨਾਲ ਦਵਾਂਗੇ, ਬਾਕੀ ਜਿਹੜਾ ਵੀ ਤੁਸੀਂ ਕਰਵਾਉਣਾ ਹੈ ਉਹਦੇ ਐਕਸਟਰਾ ਚਾਰजेस ਹੋਣਗੇ। ਇੰਜ ਹੀ ਗੱਲ ਹੈ ਮੇਰੇ ਕੋਲ 20000 ਰੁਪਏ ਉਹਨਾਂ ਨੇ ਰੱਖਿਆ, ਕਹਿੰਦੇ ਰੰਗ ਜਿਹੜਾ ਉਹ ਆਉਂਦਾ ਉਹ ਖਰਾਬ ਹੋ ਜਾਂਦਾ। ਇੰਜ ਹੀ ਗੱਲ ਹੈ, 20000 ਰੁਪਏ ਇਜ਼ਾਫੀ ਦੇਣਾ ਅਗਰ ਤੁਸੀਂ ਬਲੈਕ, ਵਾਈਟ, ਪੀਲਾ ਜਾਂ ਕੋਈ ਹੋਰ ਪਿੰਕ ਕਲਰ ਕਰਵਾਉਣਾ, ਕੋਈ ਵੀ ਕਲਰ ਕਰਵਾ ਸਕਦੇ ਹੋ। ਅੱਛਾ ਜੀ, ਤੁਸੀਂ ਇਹ ਦੱਸਿਆ ਕਿ 290 ਤੁਹਾਨੂੰ ਇਹਦੇ ਅੱਛਾ ਕੀ ਲੱਗਾ ਟਰੈਕਟਰ 'ਚ? ਟਰੈਕਟਰ ਵੇਖੋ ਪਹਿਲੀ ਗੱਲ ਤੇ ਕਲਰ ਜੀ ਮੈਸੀ ਵਾਲਿਆਂ ਕੋਲ ਤੁਸੀਂ ਆਪਣੀ ਮਰਜ਼ੀ ਦੇ ਨਾਲ ਉਹਨੇ ਇਹ ਕਲਰ ਨਹੀਂ ਡਿਸਾਈਡ ਕਰ ਸਕਦੇ। ਉਹ ਕਹਿੰਦੇ ਸਾਡੇ ਕੋਲ 50 ਟਰੈਕਟਰ ਬੁੱਕ ਕਰਵਾਓ ਤੇ ਤੁਹਾਨੂੰ ਕਰ ਦਿਆਂਗੇ। ਹੁਣ ਮੈਂ ਇੱਕ ਟਰੈਕਟਰ ਲੈਣਾ, ਮੈਂ 50 ਕਿਉਂ ਬੁੱਕ ਕਰਵਾ? ਤੇ ਸਾਨੂੰ ਤੇ ਇੱਕ ਚਾਹੀਦਾ। ਸਹੀ। ਤੇ ਦੂਸਰਾ ਇਹਦੀ ਜਿਹੜੀ ਕੁਆਲਿਟੀ ਹੈ ਨਾ, ਮਿਆਰ ਹੈ, ਇਹ ਮੈਸੀ ਤੋਂ ਬਹੁਤ ਜ਼ਿਆਦਾ ਅੱਛਾ ਹੈ। ਠੀਕ ਹੈ, ਕਿਉਂਕਿ ਜਿਸ ਤਰ੍ਹਾਂ ਮੈਸੀ ਵਿੱਚ ਤੁਸੀਂ ਜੈਨੂਇਨ ਪਾਰਟਸ ਪਾਉਂਦੇ ਹੋ ਉਹਦੇ ਲੈ ਕੇ, ਤੇ ਤੁਸੀਂ ATS ਦੇ ਲੈ ਕੇ ਪਾਉਂਦੇ ਹੋ। ਠੀਕ ਹੈ ਜੀ। ਤੇ ਜੇ ਤੂੰ ਹਰ ਸ਼ੈ ATS ਦੀ ਮਿਲ ਰਹੀ ਹੈ ਉਹਦਾ ਮਤਲਬ ਹੈ ਕਿ ATS ਟਰੈਕਟਰ ਚੰਗਾ ਮੈਸੀ ਤੋਂ ਚੰਗਾ ਜੀ। ਚਲੋ ਇਹ ਵੀ ਮੰਨ ਲੈਨੇ ਗੱਲ। ਤੇ ਬਾਕੀ ਟਰੈਕਟਰ ਦੀ ਚਲਾਈ ਕਿਸ ਤਰ੍ਹਾਂ ਦੀ? ਟਰੈਕਟਰ ਤੁਸੀਂ ਅਜੇ ਚਲਾਇਆ ਨਹੀਂਗਾ, ਦੇਖ ਕੇ ਕਿਸ ਤਰ੍ਹਾਂ ਦਾ ਲੱਗਾ? ਦੇਖ ਕੇ ਫਿਨਿਸ਼ਿੰਗ ਜਿਹੜੀ ਹੈ ਨਾ ਬਹੁਤ ਕਮਾਲ ਦੀ ਹੈ, ਬਹੁਤ ਅੱਛੀ ਹੈ। ਇਹ ਹੁਣ ਇਹਨੂੰ ਫੀਲਡ ਵਿੱਚ ਉਤਾਰਾਂ ਦੇ ਫਿਰ ਪਤਾ ਲੱਗੇਗਾ ਕਿ ਕੀ ਕਰਦਾ ਹੈ। ਬਾਕੀ ਇਹਦੀ ਟਰੈਕਟਰ ਦੀ ਡੀਜ਼ਲ ਦੀ ਐਵਰੇਜ ਵੀ ਅੱਛੀ ਹੈ, ਔਰ ਬਾਕੀ ਇੰਜਨ ਚੱਲੇਗਾ ਤੇ ਲਾਈਫ ਦਾ ਪਤਾ ਲੱਗੇਗਾ। ਬਿਲਕੁਲ। ਇਹਦੇ ਚ ਜੀ ਕਾਫੀ ਦੋਸਤ ਪੁੱਛਦੇ ਆ ਕਿ ATS 290 ਟਰੈਕਟਰ, ਮੈਂ ਕਹਿੰਦਾ ਚਾਪਰ ਦਾ ਸੀਜ਼ਨ ਲਾ ਗਿਆ ਨਾ ਟਰੈਕਟਰ ਤੇ, ਇਹਦੇ ਨਾਲ ਦਾ ਟਰੈਕਟਰ ਹੀ ਕੋਈ ਨਹੀਂ, ਕਿਉਂਕਿ ਉਹਦੇ ਵਿੱਚ ਡਾਊਟ ਹੁੰਦਾ ਟਰੈਕਟਰ ਗਰਮ ਹੁੰਦਾ ਕਿ ਨਹੀਂ। ਪਹਿਲਾ ਸੀਜ਼ਨ ਆਣਾ ਚਾਪਰ ਦਾ। ਹਾਂਜੀ। ਤੇ ਉਹਨਾਂ ਨੇ ਵੈਸੇ ਆਇਲ ਕੂਲਰ ਵੀ ਲਗਾਇਆ, ਤੁਸੀਂ ਲਗਵਾਇਆ? ਹਾਂਜੀ ਬਿਲਕੁਲ, ਅਸਾਂ ਵੀ ਆਇਲ ਕੂਲਰ ਲਵਾਇਆ ਇਸੇ ਕਰਕੇ ਕਿ ਇਹਦੇ ਤੇ ਚਾਪਰ ਦਾ ਸੀਜ਼ਨ ਲਾਉਣ ਦੇ ਵੇਨੇ ਵਾ ਕੀ ਕਰਦਾ ਫਿਰ। ਠੀਕ ਹੋ ਗਿਆ ਜੀ। ਬਾਕੀ ਹੁਣ ਇਹ ਦੱਸੋ ਕਿ ਜਿਹੜੀ ਛੱਤ ਸਪੈਸ਼ਲ ਤੁਸੀਂ ਭਾਈ ਰਿਆਜ਼ ਨੂੰ ਕਿਉਂ ਸਿਲੈਕਟ ਕੀਤਾ? ਛੱਤਾਂ ਬਹੁਤ ਨਿਤ ਲੱਗਦੀਆਂ ਭਾਈ, ਛੱਤਾਂ ਤੋਂ ਉਹਨੇ ਆਖਿਆ ਹਰ ਪਾਸੇ ਲੱਗਦੀਆਂ, ਲੇਕਿਨ ਭਾਈ ਰਿਆਜ਼ ਦਾ ਇੱਕ ਨਾਮ, ਇੱਕ ਕੁਆਲਿਟੀ ਉਹਨਾਂ ਦੀ ਚੀਜ਼ ਵਿੱਚ, ਇਸ ਕਰਕੇ ਸਪੈਸ਼ਲ ਅਸੀਂ ਉੱਥੋਂ ਬਰਕੀ ਰੋਡ ਤੋਂ ਇੱਥੇ ਆਏ ਭਾਈ ਰਿਆਜ਼ ਕੋ ਛੱਤ ਲਵਾਉਣ ਵਾਸਤੇ। ਸਹੀ ਹੋ ਗਿਆ। ਤੇ ਇਹ ਭਾਈ ਉੱਥੇ ਨਦੀਮ ਸਾਹਿਬ ਕੋ ਵੀ ਇਹ ਛੱਤ, ਲਾਲ ਟਰੈਕਟਰ ਨੂੰ ਵੀ ਭਾਈ ਰਿਆਜ਼ ਹੀ ਲਾ ਕੇ ਠੀਕ ਹੋ ਗਿਆ। ਜਾਣਾ ਸੀ ਸੰਧੂ ਸਾਹਿਬ ਦੇ ਇਲਾਕੇ 'ਚ ਲੱਗੇ ਹੋ ਜੇ ਭਾਈ ਤੁਸੀਂ? ਸੰਧੂ ਦੇ ਇਲਾਕੇ ਨਾ ਉਹ ਗਿਆ ਹਾਸਲਪੁਰ। ਹਾਂਜੀ। ਤੇ ਉੱਥੇ ਇੱਕ ਜੱਟ ਹੈਗੇ ਨੇ, ਉਹਨਾਂ ਲਿਆ ਤੇ ਉਹ ਸਾਨੂੰ ਫਿਰ ਫੋਨ ਕੀਤਾ, ਬਾਹਰ ਹੀ ਹੁੰਦੇ ਨੇ। ਸਹੀ ਹੋ ਗਿਆ। ਤੇ ਫਿਰ ਉੱਥੇ ਲਾਈ ਸੀ ਉਹਨਾਂ ਨੇ ਜਾ ਕੇ। ਤੇ ਭਾਈ ਰਿਆਜ਼ ਇਹ ਕੋਈ ਸਪੈਸ਼ਲ ਕੰਮ ਇਹਦੇ ਨਾਲ ਕੀਤਾ ਕਿ ਜਿਹੜਾ ਅੱਗੇ ਕਰ ਦਿੰਦੇ ਉਹੀ ਹੈ?
ਜੀ ਸਪੈਸ਼ਲ ਕੰਮ ਹੀ ਹੈ। ਆਮ ਬੰਦੇ ਡੱਬਾ ਆਪੇ ਦੇ ਛੱਤਾਂ ਹੁੰਦੀਆਂ ਨੇ ਨਾ, ਉਹਨੂੰ ਡੱਬਾ ਲੱਗਦਾ ਥੱਲੇ, ਇੱਥੇ ਕਰਕੇ ਆ ਜਾਂਦਾ ਡੱਬਾ ਉਹ। ਹਾਂਜੀ। ਤੇ ਜਦੋਂ ਫਿਰ ਹੱਲਾਂ ਚੁੱਕਣੀਆਂ ਨੇ ਨਾ, ਉਦੋਂ ਡਰਾਈਵਰ ਗਰਮੀ ਦਾ ਮਾਰਿਆ ਹੁੰਦਾ, ਫਿਰ ਉਵੇਂ ਜਦੋਂ ਹੱਲਾਂ ਚੁੱਕਦਾ ਡੱਬਾ ਡੁੱਬਾ ਆਸ਼ਾ ਲੱਗੀ ਜਾਂਦੀ ਹੈ। ਇਹਦਾ ਜਿੱਥੇ ਡੱਬਾ ਲੱਗ ਗਿਆ ਨਾ, ਜਿੰਨੀਆਂ ਮਰਜ਼ੀ ਹੱਲਾਂ ਉੱਤੇ ਜਾਣ, ਰੌਲਾ ਕੋਈ ਨਹੀਂ ਹੈਗਾ। ਬੰਦੇ ਤੇ ਵੇਖ ਕੇ ਨਕਲਾਂ ਮਾਰ ਕਰਦੇ ਨੇ, ਅਸੀਂ ਜਿਹੜਾ ਸਾਨੂੰ ਜਨਮ ਹੋਣਾ ਸੀ ਜੱਟ ਵੋਟ ਬੰਦੇ ਜਿਹੜਾ ਕੰਮ ਜਨਮ ਹੋਣਾ ਸੀ ਉਹ ਕਰਨਾ। ਅਸੀਂ ਨਜ਼ਰ ਆਏਗਾ ਪਿੱਛੇ ਹਰ ਚੀਜ਼ ਇੱਥੋਂ ਨਜ਼ਰ ਆਵੇ ਦੀ। ਫਿਰ ਅਸੀਂ ਜਿਹੜਾ ਇਹਦਾ ਟਾਪੇ ਦਾ ਬੈਕ ਸਾਈਡ ਇਹਨਾਂ ਅਸੀਂ 36 ਇੰਚ ਦੀ ਡਿਜ਼ਾਈਨ ਕੀਤੀ ਹੈ। ਉਹਦੇ ਵਿੱਚ ਉਹ ਚੀਜ਼ ਹੈ ਨਹੀਂ, ਉਹ ਸਾਰਿਆਂ ਨੂੰ ਕੱਟ ਦਿੱਤੀ। ਉੱਥੇ ਡੱਬਾ ਸਾਰਾ ਉੱਥੇ ਚਲਾ ਗਿਆ। ਥੱਲੇ ਜਿਹੜੀ 6-7 ਇੰਚ ਜਗ੍ਹਾ ਸੀ ਉਹ ਵੀ ਉੱਚੀ ਚਲੀ ਗਈ। ਪੱਕਾ ਕੰਮ ਕੀਤਾ, ਪੱਕਾ ਕੰਮ। ਇਹਦੇ ਨਾਲ ਇਹ ਆ ਵੀ ਜਿਵੇਂ ਮਰਜੀ ਇਸ ਤੋਂ ਉੱਤੇ ਹੱਲਾਂ ਜਾਂਦੀਆਂ ਨੇ, ਸਿਰਫ ਇਹ ਇੱਥੇ, ਠੀਕ ਹੈ, ਇਹ ਇੱਥੋਂ ਤੱਕ ਹੱਲਾਂ ਜਾ ਨਹੀਂ ਸਕਦੀਆਂ। ਇਹਦੇ ਨਾਲ ਕੋਈ ਟੈਨਸ਼ਨ ਪਰੇਸ਼ਾਨੀ ਕਿਸੇ ਕਿਸਮ ਦੀ ਨਹੀਂ ਹੈਗੀ। ਇਹਨਾਂ ਦੇ ਵਿੱਚ ਐਂਪ ਲੱਗਾ ਹੈ, ਉਸ ਤੋਂ ਬਾਅਦ ਅੱਗੇ ਵੱਡਾ ਬੇਸਰ ਲੱਗਾ ਹੈ। ਅਗਰ ਤੁਸੀਂ ਐਂਪ ਚਲਾਣਾ ਤੇ ਐਂਪ ਚਲਾ ਲਓ, ਟੇਪ ਚਲਾਣੀ ਤੇ ਟੇਪ ਚਲਾ ਲਓ, ਵਿੱਚ ਉਹਦੀ ਆਪਸ਼ਨ ਦਿੱਤੀਆਂ ਨੇ। ਅੱਜ ਕੱਲ ਜੀ ਇਹ ਹੁਣ ਜਿਹੜਾ ਫੈਸ਼ਨ ਬਣ ਗਿਆ, ਲੋਕ ਟੇਪ ਦੀ ਆਵਾਜ਼ ਨਹੀਂ ਆਉਂਦੀ, ਸਿਰਫ ਸਾਊਂਡ ਦੀ ਆਵਾਜ਼ ਆਉਂਦੀ ਹੈ, ਜਿਵੇਂ ਢੋਲ ਨਹੀਂ ਚੱਲ ਰਿਹਾ। ਉਹ ਵੇਖੋ ਜੀ, ਜਿਵੇਂ ਚੜ੍ਹਦੇ ਪੰਜਾਬ ਵਾਲ ਸੀ ਨਾ ਜੱਟ, ਉਹਨਾਂ ਇੱਧਰ ਵਾਲੇ ਵੇਖਿਆ ਨਾ, ਤੇ ਅੱਜ ਕੱਲ ਮੰਮੀ ਡੈਡੀ ਮਾਹੌਲ ਏ। ਬਾਬੇ ਜਿਹੜੇ ਨੇ ਉਹ ਕਈ ਬੰਦੇ ਆਉਂਦੇ ਨੇ ਛੱਤਾਂ ਲਵਾਉਣ, ਪੈਸੇ ਜਿਹੜੇ ਮੁੰਡੇ ਨੇ ਪਹਿਲਾਂ ਥੋੜੇ ਬਹੁਤੇ ਫੜਾ ਦਿੰਦੇ, ਯਾਰ ਬਾਬੇ ਨੂੰ ਇੰਨੇ ਪੈਸੇ ਆਖੇ ਤੇ ਉਹਨੂੰ ਹੌਲ ਪਾਇਆ ਦਾ, ਤੇ ਤੁਸੀਂ ਆ ਫੜ ਲਓ। ਤੇ ਬਾਕੀ ਫਿਰ ਕਈ ਦਫਾ ਇੰਜ ਹੋਇਆ ਹੈ। ਤੇ ਬਾਕੀ ਪਾਕਿਸਤਾਨ 'ਚ ਪਹਿਲੀ ਛੱਤ ਅਸੀਂ ਬਣਾਈ, ਤੁਸੀਂ ਮੁਤਾਰਫ ਕਰਾਈ, ਤੇ ਮਾਸ਼ਾਅੱਲਾ ਅੱਲਾਹ ਪਾਕ ਦਾਤ ਨੇ ਬੜੀ ਇੱਜ਼ਤ ਦਿੱਤੀ। ਅਸੀਂ ਕੰਮ ਚੰਗਾ ਕਰ ਰਹੇ, ਭਾਵੇਂ ਜੋ ਮਰਜ਼ੀ ਹੋ ਜਾਵੇ। ਨਾ ਆਪਣਾ ਬਣਾਉਣਾ ਪੈਂਦਾ ਤੇ ਐਵੇਂ ਨਹੀਂ ਲੋਕ ਗੱਲਾਂ ਕਰਦੇ, ਫਿਰ ਅੱਜ ਕੰਮ ਵੀ ਸਹੀ ਕਰਕੇ ਦੇਂਦੇ ਤੇ ਤਾਂ ਹੀ ਲੋਕ ਜਿਹੜੇ ਆ ਫਿਰ ਸਪੈਸ਼ਲ ਕੰਮ ਕਰਵਾਉਂਦੇ। ਇਹ ਦੇਖੋ ਨਾ, ਜਿਹੜੇ ਕਾਬਲੇ ਲਾਏ ਨੇ ਸਾਰੇ ਵਲੈਤੀ, ਐਵੇਂ ਦੇ ਟਰੈਕਟਰ ਜਿਵੇਂ ਲੱਗੇ ਨੇ ਉਹਦੇ ਵਰਗੇ ਕਾਬਲੇ ਲਾਏ ਨੇ। ਥੱਲੇ ਵੀ ਕੇੜ ਜੇ ਮਲ ਇਹ ਨਹੀਂ ਵੀ ਗੰਦੇ ਮੰਦੇ ਠੋਕ ਦਿੱਤੇ, ਨਹੀਂ। ਜਿੰਨੇ ਬੰਦੇ ਨੇ 1,60,65,000 ਰੁਪਇਆ ਭਰਨਾ, ਉਹਨੂੰ ਫਿਰ ਚੀਜ਼ ਵੀ ਤਾਂ ਕੋਈ ਮਿਆਰੀ ਮਿਲੇ ਨਾ। ਇਸ ਤਰ੍ਹਾਂ ਦੇ ਕਾਬਲੇ ਟਰੈਕਟਰ ਨਾਲ ਨਹੀਂ ਲੱਗਦੇ। ਫਿਰ ਅੱਜ ਤੂੰ ਲਾ ਇਹ ਵੇਖੇ ਨਾ, ਇਹ ਪਿਓਰ ਵਲੈਤੀ ਕਾਬਲੇ ਨੇ, ਜਿਹੜੇ ਗੱਡੀਆਂ ਨਾਲ ਖੁੱਲੇ ਹੁੰਦੇ ਨੇ। ਕੰਮ ਜਿਹੜਾ ਵੀ ਕਰਕੇ ਦੇਈਦਾ ਜੈਨੂਇਨ ਕਰਕੇ ਦੇਈਦਾ। ਹੁਣ ਪਿੰਡ ਸਾਡੇ ਬੰਦੇ ਦਾ ਪਿਓ ਦਾਦੇ ਦਾ ਨਾਂ ਬਣਿਆ ਹੁੰਦਾ ਹੈ ਨਾ, ਜਦੋਂ ਬੰਦਾ ਇੱਕ ਚਵਲ ਮਾਰੇ ਤੇ ਉਹ ਤੀਸਰੀ ਪੀੜ੍ਹੀ ਤੱਕ ਦਾ ਕੰਮ ਖਤਮ ਹੋ ਜਾਂਦਾ ਹੈ। ਤੇ ਬਾਕੀ ਇਨਸ਼ਾਅੱਲਾ ਅਸੀਂ ਤਾਂ ਚੰਗੀ ਤੋਂ ਚੰਗੀ ਚੀਜ਼ ਬਣਾਉਣੇ ਪਏ ਆ। ਹੁਣ ਜਨਾਬ ਇਨਸ਼ਾਅੱਲਾ ਸਾਡਾ 2024 ਮਾਡਲ ਵੀ ਆ ਰਿਹਾ ਹੈ, ਉਹ ਵੀ ਹਾਂ ਜਦੋਂ ਦੁਬਾਰਾ ਹੋਵੇ ਤੁਹਾਨੂੰ ਉਹਦਾ ਵੀ ਰਿਵਿਊ ਜਨਾਬ ਕਰਾਵਾਂਗੇ। ਫੈਸਲਾਬਾਦ ਦਾ ਮੇਲਾ ਆ ਰਿਹਾ ਜੀ, ਭਾਈ ਰਿਆਜ਼, ਉੱਥੇ ਜੀ ਆਪਣਾ ਪੂਰਾ ਸਟਾਲ ਵਗੈਰਾ ਲੱਗਣੇ ਆ, ਕੰਪਨੀਆਂ ਆ ਰਹੀਆਂ ਨੇ ਇਨਸ਼ਾਅੱਲਾ ਜੀ। ਮੇਲੇ ਤੇ ਯਾਰ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਜੀ? ਮੇਲੇ ਤੇ ਜਨਾਬ ਗਏ, ਅੱਲਾਹ ਪਾਕ ਦਾਤ ਨੇ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਹੈ, ਤੇ ਉੱਥੇ ਗਏ ਆ ਜਨਾਬ, ਜਾਵਾਂਗੇ ਹੁਣ ਵੀ ਇਨਸ਼ਾਅੱਲਾ ਜ਼ਰੂਰ ਜਾਵਾਂਗੇ ਮੇਲੇ ਤੇ। ਕਲਾਂ ਦਾ ਮੇਲਾ ਜੀ ਆਪਣਾ ਹੁੰਦਾ 17, 18, 19, 20 ਫਰਵਰੀ ਦੇ ਵਿੱਚ, ਤੇ ਇਨਸ਼ਾਅੱਲਾ ਜੀ ਸਾਰੇ ਦੋਸਤਾਂ ਨੂੰ ਉੱਥੇ ਆਉਣਾ ਚਾਹੀਦਾ। ਅਸੀਂ ਵੀ ਆਵਾਂਗੇ। ਤੇ ਰਿਆਜ਼ ਵੀ ਬਹੁਤ ਸਾਰੀਆਂ ਕੰਪਨੀਆਂ ਉੱਥੇ ਆ ਰਹੀਆਂ ਨੇ, ਔਰ ਬਹੁਤ ਅੱਛਾ ਇੱਕ ਤੁਹਾਨੂੰ ਉੱਥੇ ਸਿਸਟਮ ਦੇਖਣ ਨੂੰ ਮਿਲੇਗਾ। ਤੇ ਭਾਈ ਰਿਆਜ਼ ਆਪਣਾ ਸਟਾਲ ਵੀ ਲਗਾਉਣਗੇ, ਸਾਰੀਆਂ ਚੀਜ਼ਾਂ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੀਆਂ। ਤੁਸੀਂ ਅਗਰ ਦੇਖਣਾ ਚਾਹੁੰਦੇ ਹੋ, ਮੇਲਾ ਦੇਖਣਾ ਚਾਹੁੰਦੇ ਹੋ, ਤੁਸੀਂ ਉੱਥੇ ਆਓ, ਲਾਜ਼ਮੀ ਤੁਹਾਨੂੰ ਦਾਵਤ ਹੈ ਜੀ। ਬਾਕੀ ਟਰੈਕਟਰ ਜੀ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾ ਦਿੰਦੇ ਆ। ਫਿਰ ਰਿਆਜ਼ ਨੇ ਜਿਹੜਾ ਪੀਲਾ ਟਰੈਕਟਰ ਆਇਆ ਸੀ, ਉੱਥੇ ਰਿਕੁਐਸਟ ਕੀਤੀ ਸੀ ਤੇ ਸਾਨੂੰ ਅਗਰ ਬੰਪਰ ਲਗਾਉਣਾ ਹੋਵੇ ਉਹਦੇ ਵਾਸਤੇ ਬੰਪਰ ਨਹੀਂ ਲੱਗਦਾ। ਹਾਂਜੀ, ਆ ਉਹਨਾਂ ਸਰਾਖ ਮਾਰ ਦਿੱਤੇ ਨੇ। ਹਾਂਜੀ, ਇੱਥੇ ਜਿਹੜਾ ਹੈ ਨਾ ਸਰਾਖ ਹੈ, ਇਹ ਉਹਨਾਂ ਮਾਰ ਦਿੱਤੇ ਨੇ, ਕਿਉਂਕਿ ਅਸੀਂ ਜਦੋਂ ਸਰਾਖ ਮਾਰਨੇ ਸਾਰਾ ਖੋਲਣਾ ਪੈਂਦਾ ਸੀ। ਜਿੰਨੇ ਵੀ ਚਲੋ ਅਸੀਂ ਸਾਡੇ ਕੋਲ ਕੋਈ ਬੰਦਾ ਛੱਤ ਲਵਾਉਣ ਆਇਆ ਕੋ ਆਇਆ, ਜਿੰਦੇ ਵਾਸਤੇ ਸਾਰਿਆਂ ਵਾਸਤੇ ਬਿਹਤਰੀ ਕਰਵਾਈ ਹੈ ਇਹ ਚੀਜ਼। ਇਹ ਸਰਾਖ ਵੱਜ ਗਿਆ, ਇਹਨੇ ਬੰਪਰ ਲਾਣਾ ਹੋਵੇ ਤਾਂ ਹੁਣ ਦੁਬਾਰਾ ਸਰਾਖ ਖੋਲ ਕੇ ਮਾਰਨੇ ਨਹੀਂ ਪੈਣੇ, ਸਰਾਖ ਵੱਜੇ ਆ ਗਏ।